ਜੋ ਮੁੰਡਾ ਆਪ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੇ ਨਾਲ ਸੌਂ ਚੁੱਕਿਆ ਸੀ ਤੇ ਮੈਨੂੰ ਵਿਆਹ ਦੀ ਪਹਿਲੀ ਰਾਤ ਨੂੰ ਕਹਿੰਦਾ ਕਿ ਆਪਣਾ ਕੁਆਰਾਪਣ ਸਾਬਿਤ ਕਰ ਕਿ ਤੂੰ ਅੱਜ ਤੋਂ ਪਹਿਲਾਂ ਕਦੀ ਕਿਸੇ ਨਾਲ ਸਰੀਰਕ ਰਿਸ਼ਤਾ ਨਹੀਂ ਬਣਾਇਆ। ਇੱਕ ਕੁੜੀ ਆਪਣਾ ਕੁਆਰਾਪਣ ਕਿਵੇਂ ਸਾਬਿਤ ਕਰੇਗੀ? ਮੈਨੂੰ ਇਹ ਬੜਾ ਅਜੀਬ ਲੱਗਾ। ਮੈਂ ਆਪਣੇ ਪਤੀ ਸੁਖਵਿੰਦਰ ਦੀ ਗੱਲ ਤੋਂ ਬਹੁਤ ਪਰੇਸ਼ਾਨ ਹੋਈ। ਅਸੀਂ 4 ਸਾਲ ਪਹਿਲਾਂ ਫੇਸਬੁੱਕ ਤੇ ਮਿਲੇ ਸੀ। ਸਾਡੇ ਵਿੱਚ ਕਾਫੀ ਚੰਗੀ ਦੋਸਤੀ ਹੋ ਗਈ ਤੇ ਕਦੋਂ ਇਹ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ, ਮੈਨੂੰ ਤੇ ਸੁਖਵਿੰਦਰ ਨੂੰ ਵੀ ਨਹੀਂ ਪਤਾ ਲੱਗਾ। ਅਸੀਂ ਵਿਆਹ ਤੋਂ ਪਹਿਲਾਂ ਕਈ ਵਾਰ ਬਾਹਰ ਇਕੱਲਿਆਂ ਵਿੱਚ ਮਿਲੇ, ਪਰ ਸੁਖਵਿੰਦਰ ਨੇ ਕਦੀ ਕੋਈ ਏਦਾਂ ਦੀ ਗੱਲ ਜਾਂ ਹਰਕਤ ਨਹੀਂ ਸੀ ਕੀਤੀ। ਪਰ ਅੱਜ ਉਸਦੀ ਇਹ ਗੱਲ ਨੇ ਮੇਰੇ ਅੰਦਰ ਸੁਖਵਿੰਦਰ ਦੀ ਬਣੀ ਇੱਜ਼ਤ ਨੂੰ ਖਤਮ ਕਰ ਦਿੱਤਾ। ਸੁਖਵਿੰਦਰ ਨੇ ਮੈਨੂੰ ਆਪਣੇ ਬਾਰੇ ਸਭ ਦੱਸਿਆ ਸੀ ਕਿ ਉਸਦੀ ਜ਼ਿੰਦਗੀ ਵਿੱਚ ਮੇਰੇ ਤੋਂ ਪਹਿਲਾਂ ਕਈ ਕੁੜੀਆਂ ਆਈਆਂ ਸੀ, ਪਰ ਜਦੋਂ ਦੀ ਉਸਦੀ ਜ਼ਿੰਦਗੀ ਵਿੱਚ ਰਾਣੋ ਯਾਨੀ ਕਿ ਮੈਂ ਆਈ, ਉਹਨੇ ਦੁਬਾਰਾ ਕਿਸੇ ਹੋਰ ਵੱਲ ਅੱਖ ਚੱਕ ਕੇ ਨਹੀਂ ਦੇਖਿਆ। ਪਰ ਮੇਰੀ ਜ਼ਿੰਦਗੀ ਵਿੱਚ ਵੀ ਏਦਾਂ ਦਾ ਕੁਝ ਨਹੀਂ ਸੀ। ਮੈਂ ਵੀ ਸੁਖਵਿੰਦਰ ਨੂੰ ਬਹੁਤ ਪਿਆਰ ਕਰਦੀ ਸੀ, ਤਾਂ ਹੀ ਤੇ ਮੈਂ ਆਪਣੇ ਪਰਿਵਾਰ ਦੇ ਖਿਲਾਫ ਹੋ ਕੇ ਸੁਖਵਿੰਦਰ ਦੇ ਨਾਲ ਵਿਆਹ ਕੀਤਾ। ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਸੁਖਵਿੰਦਰ ਮੈਨੂੰ ਏਦਾਂ ਕਹੇਗਾ। ਮੈਨੂੰ ਇਹ ਗੱਲ ਕਹਿਣ ਤੋਂ ਬਾਅਦ ਜਦ ਸੁਖਵਿੰਦਰ ਨੇ ਸੁਹਾਗ ਰਾਤ ਵਾਲੀ ਰਸਮ ਪੂਰੀ ਕੀਤੀ ਤਾਂ ਮੈਨੂੰ ਧੱਕਾ ਦੇ ਕੇ ਬੈੱਡ ਤੋਂ ਥੱਲੇ ਸੁੱਟ ਦਿੱਤਾ ਤੇ ਕਹਿਣ ਲੱਗਾ, ਤੂੰ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਕਰ ਚੁੱਕੀ ਐ। ਮੈਂ ਤੇਰੇ ਸਰੀਰ ਦਾ ਸੁੱਖ ਪ੍ਰਾਪਤ ਨਹੀਂ ਕਰ ਸਕਿਆ। ਮੈਂ ਭਰੀ ਪੀਤੀ ਰਹੀ ਉਹਦੇ ਮੂੰਹੋਂ ਇਹ ਗੱਲਾਂ ਸੁਣ ਕੇ। ਮੈਂ ਹੀ ਜਾਣ ਸਕਦੀ ਸੀ ਇਹ ਸਿਲਸਿਲਾ ਇੱਥੇ ਰੁਕਣ ਵਾਲਾ ਨਹੀਂ ਸੀ। ਏਦਾਂ ਹੀ ਸੁਖਵਿੰਦਰ ਮੈਨੂੰ ਬਿਨਾਂ ਕਿਸੇ ਗੱਲ ਤੋਂ ਤਾਣੇ ਮਿਹਣੇ ਦੇਣ ਲੱਗਾ, ਮੇਰੇ ਚਰਿੱਤਰ ਤੇ ਬੋਲਣ ਲੱਗਾ। ਸਾਡੀ ਰੋਜ਼ ਕਾਫੀ ਲੜਾਈ ਹੋਣ ਲੱਗੀ ਤੇ ਹੁਣ ਤੇ ਹੱਦ ਹੀ ਪਾਰ ਹੋ ਗਈ। ਇੱਥੋਂ ਤੱਕ ਕਿ ਮੇਰੇ ਤੇ ਹੱਥ ਤੱਕ ਚੁੱਕਣ ਲੱਗਾ। ਮੈਂ ਕਰਾਂ ਤੇ ਕੀ ਕਰਾਂ? ਮੈਂ ਤਾਂ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਸੁਖਵਿੰਦਰ ਏਦਾਂ ਦਾ ਹੋਵੇਗਾ ਜਾਂ ਏਦਾਂ ਦਾ ਰੂਪ ਧਾਰਨ ਕਰ ਲਵੇਗਾ। ਮੈਂ ਤਾਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸ ਸਕਦੀ ਸੀ, ਕਿਉਂਕਿ ਉਹਨਾਂ ਤੋਂ ਤਾਂ ਮੈਂ ਪਹਿਲਾਂ ਹੀ ਬਾਗੀ ਹੋ ਚੁੱਕੀ ਸੀ। ਸ਼ਾਇਦ ਇਹੀ ਮੇਰੀ ਸਜ਼ਾ ਸੀ, ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਦੀ। ਪਰ ਆਪਣੀ ਇੱਛਾ ਅਨੁਸਾਰ ਵਿਆਹ ਕਰਵਾਉਣਾ ਕੋਈ ਪਾਪ ਤਾਂ ਨਹੀਂ ਹੋ ਸਕਦਾ। ਹਾਂ, ਪਰ ਹੋ ਸਕਦਾ ਮੇਰੇ ਕੋਲੋਂ ਕੋਈ ਪਾਪ ਹੀ ਹੋ ਗਿਆ ਹੋਵੇ। ਮੇਰੇ ਮਨ ਵਿੱਚ ਏਦਾਂ ਦੇ ਸਵਾਲ ਉੱਭਰਨ ਲੱਗੇ। ਦਿਨੋਂ ਦਿਨ ਮੇਰਾ ਸੁਖਵਿੰਦਰ ਦੇ ਨਾਲ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਉਹ ਹੁਣ ਰੋਜ਼ ਸ਼ਰਾਬ ਪੀ ਕੇ ਆਉਂਦਾ ਤੇ ਭੁੱਖੇ ਜਾਨਵਰ ਦੇ ਵਾਂਗ ਮੇਰੇ ਉੱਤੇ ਆਣ ਝਪਟ ਮਾਰਦਾ ਤੇ ਮੇਰਾ ਬੁਰਾ ਹਾਲ ਕਰ ਦਿੰਦਾ। ਫਿਰ ਮੈਨੂੰ ਤਾਨੇ ਦਿੰਦਾ ਤੇ ਕਈ ਵਾਰ ਕੁੱਟ ਮਾਰ ਵੀ ਕਰਦਾ। ਇਹ ਵੀ ਕੋਈ ਜ਼ਿੰਦਗੀ ਸੀ? ਮੈਂ ਤਾਂ ਅੰਦਰ ਹੀ ਅੰਦਰ ਮਰਦੀ ਜਾ ਰਹੀ ਸੀ। ਨਾ ਹੀ ਮੈਂ ਕਿਸੇ ਦੇ ਨਾਲ ਆਪਣਾ ਢਿੱਡ ਫੋਲਦੀ। ਆਖਿਰ ਮੈਂ ਦੱਸਾਂ ਤੇ ਕਿਹਨੂੰ ਦੱਸਾਂ? ਮੇਰੀ ਜ਼ਿੰਦਗੀ ਨੂੰ ਮੈਂ ਆਪਣੇ ਹੱਥੀਂ ਮਾਰ ਚੁੱਕੀ ਸੀ। ਉਹ ਖੁਸ਼ੀਆਂ ਦਾ ਗਲਾ ਪਹਿਲਾਂ ਹੀ ਘੁੱਟ ਚੁੱਕੀ ਸੀ। ਮੇਰਾ ਦਰਦ ਸਿਰਫ ਮੈਂ ਹੀ ਸਮਝ ਸਕਦੀ ਸੀ ਤੇ ਜਾਂ ਕੋਈ ਦੁਖੀ ਔਰਤ।
ਹੌਲੀ-ਹੌਲੀ ਮੈਂ ਵੀ ਖੁਦ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਤੇ ਸੁਖਵਿੰਦਰ ਦੇ ਨਾਲ ਤੂੰ ਮੈਂ ਵਿੱਚ ਬੋਲਣ ਲੱਗੀ ਤੇ ਸਾਡੇ ਦੋਨਾਂ ਵਿੱਚ ਹੱਥੋਂ ਪਾਈ ਵੀ ਹੋਣ ਲੱਗੀ। ਹੁਣ ਜਦ ਸੁਖਵਿੰਦਰ ਸ਼ਰਾਬ ਪੀ ਕੇ ਮੇਰੇ ਕਮਰੇ 'ਚ ਆਉਂਦਾ ਤਾਂ ਮੈਂ ਵੀ ਉਸਨੂੰ ਲਾਗੇ ਨਹੀਂ ਲੱਗਣ ਦਿੰਦੀ। ਜੋ ਮੇਰੇ ਨਾਲ ਕੁੱਟ ਮਾਰ ਕਰਦਾ ਤਾਂ ਬਣਦਾ ਜਵਾਬ ਅੱਗੋਂ ਮੈਂ ਵੀ ਦਿੰਦੀ। ਮੈਨੂੰ ਲੱਗਦਾ ਸੀ ਸ਼ਾਇਦ ਮੇਰੇ ਏਦਾਂ ਕਰਨ ਦੇ ਨਾਲ ਸੁਖਵਿੰਦਰ ਤੇ ਕੋਈ ਅਸਰ ਪਵੇਗਾ, ਪਰ ਨਹੀਂ, ਇਸ ਦੇ ਉਲਟ ਹੋਇਆ। ਸੁਖਵਿੰਦਰ ਹੁਣ ਮੇਰੇ ਤੋਂ ਦਿਨੋਂ ਦਿਨ ਦੂਰ ਹੁੰਦਾ ਗਿਆ। ਉਹ ਬਾਹਰ ਹੋਰਾਂ ਔਰਤਾਂ ਨਾਲ ਨਜਾਇਜ਼ ਰਿਸ਼ਤੇ ਰੱਖਣ ਲੱਗਾ। ਪਤਾ ਨਹੀਂ ਕਿੱਥੋਂ ਮੂੰਹ ਕਾਲਾ ਕਰਵਾ ਕੇ ਆਉਣ ਲੱਗਾ। ਹੁਣ ਮੇਰੇ ਕੋਲ ਆਏ ਉਹਨੂੰ ਪੂਰੇ 6 ਮਹੀਨੇ ਹੋ ਗਏ। ਇਹ ਨਹੀਂ ਸੀ ਕਿ ਮੈਂ ਸੋਹਣੀ ਨਹੀਂ, ਬਹੁਤ ਸੋਹਣੀ ਸੀ, ਪਿਆਰ ਵੀ ਕਰਦੀ ਸੀ। ਬਸ ਸੁਖਵਿੰਦਰ ਦੀ ਹਵਾਨੀਅਤ ਤੇ ਬਦਲਦੀਆਂ ਨੀਤੀਆਂ ਨੇ ਮੈਨੂੰ ਵੀ ਸੁਖਵਿੰਦਰ ਵਰਗਾ ਬਣਾ ਦਿੱਤਾ। ਮੈਂ ਕੱਲੀ ਬੇਜਾਨ ਵੇ ਹੋਈ ਬੂਹੇ ਵਿੱਚ ਬੈਠੀ ਫਿਰਦੀ ਹਾਂ ਮੋਈ। ਚੰਦਰੀ ਮੇਰੀ ਹੁਸਨ ਜਵਾਨੀ ਹੁਣ ਮੇਰੀ ਹੀ ਦੁਸ਼ਮਣ ਹੋਈ। ਦੋਸਤੋ, ਅਕਸਰ ਇਹੀ ਹੁੰਦਾ ਹੈ ਕਿ ਇੱਕ ਔਰਤ ਦੇ ਚਰਿੱਤਰ ਤੇ ਬਹੁਤ ਜਲਦੀ ਉਂਗਲ ਚੁੱਕੀ ਜਾਂਦੀ ਹੈ, ਪਰ ਉਹ ਔਰਤ ਕਿਵੇਂ ਸਾਬਤ ਕਰੇਗੀ ਕਿ ਉਹ ਇੱਕ ਕੁਆਰੀ ਹੈ? ਇਸ ਸਮਾਜ ਵਿੱਚ ਬਹੁਤ ਇੱਦਾਂ ਦੇ ਘਰ ਹਨ ਜਿਨ੍ਹਾਂ ਵਿੱਚ ਇੱਕ ਕੁੜੀ ਦੇ ਚਰਿੱਤਰ ਨੂੰ ਲੈ ਕੇ ਸਾਰੀ ਜ਼ਿੰਦਗੀ ਘਰ ਵਿੱਚ ਕਲੇਸ਼ ਰਹਿੰਦਾ ਹੈ। ਸਿਆਣਿਆਂ ਦੀ ਇੱਕ ਕਹਾਵਤ ਹੈ, ਬੰਦਾ ਨਹਾਤਾ ਧੋਤਾ ਘੋੜੇ ਵਰਗਾ। ਪਰ ਫਿਰ ਔਰਤ ਕੀ ਹੋਈ? ਫਿਰ ਉਸਦੇ ਚਰਿੱਤਰ ਤੇ ਕਿਉਂ ਉਂਗਲ ਚੁੱਕੀ ਜਾਂਦੀ ਹੈ, ਜਦ ਕਿ ਮਰਦ ਖੁਦ ਉਸਨੂੰ ਅਪਵਿੱਤਰ ਕਰਦਾ ਹੈ ਤੇ ਫਿਰ ਉਸਨੂੰ ਸਾਰੀ ਜ਼ਿੰਦਗੀ ਤਾਨੇ ਮਿਹਣੇ ਦੇ ਕੇ ਥੱਲੇ ਲਾ ਕੇ ਰੱਖਦਾ ਹੈ। ਤੁਸੀਂ ਆਪ ਦੱਸੋ ਕਿ ਸੱਚੀ ਇਦਾਂ ਹੀ ਹੁੰਦਾ ਹੈ ਕਿ ਨਹੀਂ? ਮੈਂ ਜਿੰਨੀਆਂ ਦਾ ਮਰਜ਼ੀ ਸੰਗ ਕਰਾਂ, ਪਰ ਮੇਰੇ ਵਾਲੀ ਨੂੰ ਕਿਸੇ ਨੇ ਵੀ ਹੱਥ ਨਾ ਲਾਇਆ ਹੋਵੇ। ਓਏ, ਸੋਚ ਨੂੰ ਬਦਲੋ ਤੇ ਔਰਤ ਨੂੰ ਆਪਣੇ ਬਰਾਬਰ ਦੀ ਸਮਝੋ।